प्यारे बच्चों, मैं मनोज गर्ग। सब तो पहला मेरे ਵੱਲੋਂ ਸਾਰੇ ਬੱਚਿਆਂ ਨੂੰ ਪਿਆਰ ਭਰੀ ਨਮਸਕਾਰ। ਬੇਟਾ ਤੁਹਾਡਾ 24 ਤਰੀਕ ਨੂੰ 9ਵੀਂ ਜਮਾਤ ਦਾ ਮੈਥ ਦਾ ਪੇਪਰ ਹੋਇਆ ਸੀ। ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਦਾ ਸਾਰੇ ਸਵਾਲ ਵਧੀਆ ਕੀਤੇ ਹੋਣਗੇ ਤੇ ਤੁਹਾਡੇ ਵਧੀਆ ਮਾਰਕਸ ਆਉਣਗੇ। ਮੈਂ ਤੁਹਾਡੇ ਅੱਗੇ ਉਹ ਪੇਪਰ ਦਾ ਹੱਲ ਲੈ ਕੇ ਆ ਰਿਹਾ ਹਾਂ ਵੀ ਉਸ ਪੇਪਰ ਦਾ ਹੱਲ ਕਿਵੇਂ ਕਰਨਾ ਸੀ। ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡੇ ਕਿੰਨੇ ਮਾਰਕਸ ਤੁਸੀਂ ਸਹੀ ਕੀਤੇ ਹੈ, ਕਿਹੜੇ ਸਵਾਲ ਸਹੀ ਕੀਤੇ ਹੈ ਤੇ ਕਿੰਨੇ ਮਾਰਕਸ ਤੁਹਾਡੇ ਆਉਣਗੇ। ਇਸ ਵੀਡੀਓ ਨਾਲ ਤੁਹਾਨੂੰ ਪਤਾ ਵੀ ਲੱਗ ਜਾਏਗਾ। ਬੇਟਾ ਇਸ ਵੀਡੀਓ ਨੂੰ ਅੱਗੇ ਵੀ ਤੁਸੀਂ ਸ਼ੇਅਰ ਜ਼ਰੂਰ ਕਰਨਾ ਬਾਕੀ ਬੱਚਿਆਂ ਨਾਲ, ਤਾਂ ਕਿ ਉਹਨਾਂ ਨੂੰ ਵੀ ਆਪਦੇ ਆਨਸਰ ਪਤਾ ਲੱਗ ਜਾਣ। ਪਹਿਲਾ ਸਵਾਲ ਬੇਟਾ ਦੇਖੋ ਕਰਦੇ ਆਪਾਂ। ਐਕਸ ਧੁਰੇ 'ਤੇ ਸਥਿਤ ਕਿਸੇ ਬਿੰਦੂ ਦਾ ਕੋਟੀ ਕਿੰਨਾ ਹੋਵੇਗਾ। ਬੇਟਾ ਦੇਖੋ ਮਾਡਲ ਜਿਹੜੇ ਪੇਪਰ ਪਾਇਆ ਸੀ ਇਹਨਾਂ ਨੇ, ਸੈਂਪਲ ਪੇਪਰ ਪਾਇਆ ਸੀ, ਉਹਦੇ ਵਿੱਚ ਵੀ ਸਵਾਲ ਹੈਗਾ ਸੀ। ਉਹਦੇ 'ਚ ਵਾਈ ਧੁਰਾ ਸੀ, ਇਹਦੇ 'ਚ ਐਕਸ ਧੁਰਾ। ਦੇਖੋ ਕੋਈ ਫਰਕ ਨਹੀਂ ਹੈਗਾ, ਠੀਕ ਹੈ। ਜਿਨ੍ਹਾਂ ਨੇ ਉਹ ਚੰਗੀ ਤਰ੍ਹਾਂ ਵੇਖੀ ਹੋਈ ਵੀਡੀਓ ਉਹਨਾਂ ਨੂੰ ਸਮਝ ਲੱਗ ਗਿਆ ਹੋਊਗਾ ਵੀ ਸਵਾਲ ਕਿਵੇਂ ਕਰਨਾ ਸੀ। ਐਕਸ ਧੁਰੇ 'ਤੇ ਸਥਿਤ ਬਿੰਦੂ ਦਾ ਕੋਟੀ ਕਿੰਨਾ ਹੋਵੇਗਾ। ਬੇਟਾ ਦੇਖੋ ਐਕਸ ਧੁਰਾ ਤੁਹਾਨੂੰ ਦੱਸਿਆ ਵੀ ਉਹਦੇ ਵਿੱਚ ਵੀ ਐਕਸ ਧੁਰੇ ਵਾਲੇ ਪੁਆਇੰਟ ਹੈ, ਠੀਕ ਹੈ। ਐਕਸ ਧੁਰੇ 'ਤੇ ਜਿਹੜਾ ਪਹਿਲਾ ਪੁਆਇੰਟ ਹੁੰਦਾ ਉਹ ਪੁੱਜ ਹੁੰਦਾ, ਦੂਸਰਾ ਪੁਆਇੰਟ ਕੀ ਹੁੰਦਾ ਕੋਟੀ। ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਜਿਹੜਾ ਐਕਸ ਧੁਰੇ 'ਤੇ ਪੁੱਜ ਤਾਂ ਕੁਛ ਨਾ ਕੁਛ ਹੋਊਗਾ, ਐਕਸ ਦਾ ਪੁਆਇੰਟ ਤਾਂ ਹੋਊਗੀ ਵੈਲਿਊ, ਪਰ ਕੋਟੀ ਦੀ ਵੈਲਿਊ ਕਿੰਨੀ ਹੋਊਗੀ, 0 ਹੋਏਗੀ। ਪੁੱਜ ਦੀ ਵੈਲਿਊ ਤਾਂ ਕੁਛ ਨਾ ਕੁਛ ਹੋਊਗੀ, ਪਰ ਕੋਟੀ ਦੀ ਵੈਲਿਊ ਕਿੰਨੀ ਹੋਊਗੀ, ਹਮੇਸ਼ਾ 0। ਇਹਦੀ ਆਪਸ਼ਨ ਕੀ ਹੋਊਗੀ, ਚੌਥੀ ਆਪਸ਼ਨ, ਠੀਕ ਹੈ। ਦੂਜਾ ਸਵਾਲ ਦੇਖੋ, ਕਹਿੰਦੇ ਹੇਠਾਂ ਦਿੱਤੇ ਵਿੱਚੋਂ ਕਿਹੜਾ ਬਹੁਪਦ x+5 x-2 ਦੀ ਇੱਕ ਸਿਫਰ ਹੈ। ਦੇਖੋ ਬੇਟਾ ਬਹੁਪਦ ਉਹਨਾਂ ਨੇ ਕਿਹਾ ਕਿਹੜਾ ਬਹੁਪਦ ਸਿਫਰ ਹੈ। ਆਪਾਂ ਪਹਿਲਾਂ ਲਿਖ ਦਿੰਦੇ ਹਾਂ ਇੱਥੇ x+5 ਅਤੇ x-2 ਸਿਫਰ ਦੱਸਣਾ ਕਿਹੜਾ। ਇਹ ਸਵਾਲ ਚਾਹੇ ਆਪਸ਼ਨ ਭਰ ਕੇ ਚੈੱਕ ਕਰ ਲਓ, ਠੀਕ ਹੈ। ਅਤੇ ਜੇ ਆਪਸ਼ਨ ਭਰ ਕੇ ਨਹੀਂ ਕਰਨਾ ਤਾਂ ਆਪਾਂ ਸੋਲਵ ਵੀ ਕਰ ਦਿੰਦੇ ਹਾਂ। ਸਿਫਰ ਕਿਵੇਂ ਕੱਢਾਂਗੇ, ਬਰਾਬਰ ਕਾਹਦੇ ਰੱਖ ਦਿਓ, 0 ਦੇ। x+5 ਨੂੰ ਵੀ 0 ਦੇ ਬਰਾਬਰ ਰੱਖਿਆ ਦਾਂਗੇ ਆਪਾਂ, ਅਤੇ x-2 ਨੂੰ ਵੀ ਰੱਖ ਦਾਂਗੇ 0 ਦੇ ਬਰਾਬਰ। ਜਿਹੜਾ 5 ਪਲੱਸ ਦਾ ਹੈ ਉਹ ਇੱਧਰ ਜਾ ਕੇ ਕਾਹਦਾ ਹੋ ਜਾਊਗਾ, ਮਾਈਨਸ ਦਾ, ਅਤੇ x ਦੇ ਵਿੱਚ -2 ਹੈ ਉਹ ਦੂਜੇ ਪਾਸੇ ਆ ਕੇ ਕਾਹਦੀ ਹੋ ਜਾਊਗੀ, +2। ਹੁਣ ਦੇਖੋ -5 ਆ ਗਿਆ ਆਨਸਰ, ਇੱਕ 2 ਆ ਗਿਆ। ਹੁਣ ਚੈੱਕ ਕਰੋ -5 ਅਤੇ 2 ਵਿੱਚ ਕੋਈ ਆਪਸ਼ਨ ਹੈ। 2 ਆਪਸ਼ਨ ਤਾਂ ਨਹੀਂ ਹੈਗੀ, ਇਕੱਲੇ 2 + ਦੇ 2। -5 ਆਪਸ਼ਨ ਹੈ, ਚੌਥੇ ਨੰਬਰ 'ਤੇ ਲਿਖੀ ਹੋਈ ਹੈ। ਇਹਦਾ ਮਤਲਬ ਆਪਣਾ ਦੂਜੇ ਸਵਾਲ ਦਾ ਆਨਸਰ ਕਿੰਨਾ ਆਊਗਾ, -5 ਚੌਥੀ ਆਪਸ਼ਨ। 2 ਵੀ ਆਨਸਰ ਆ ਰਿਹਾ ਹੈ, ਪਰ 2 ਇੱਥੇ ਆਪਸ਼ਨ ਹੀ ਹੈ ਨਹੀਂ। ਦੋਨਾਂ 'ਚੋਂ ਇੱਕ ਜਿਹੜੀ ਮਰਜ਼ੀ ਆਨਸਰ ਆ ਜਾਏ ਉਹੀ ਆਪਾਂ ਟਿਕ ਲਾ ਦਿੰਦੇ ਸਿੱਧੇ ਪਜਾ। ਤੀਸਰਾ ਸਵਾਲ ਹੈ, ਕਹਿੰਦੇ A ਅਤੇ B ਦਾ ਆਪਸੀ ਸੰਬੰਧ ਕੀ ਹੈ। ਦੇਖੋ ਆ A ਪਿਆ, ਆ B ਪਿਆ। ਜੇ ਧਿਆਨ ਨਾਲ ਤੁਸੀਂ ਦੇਖੋ ਬੇਟਾ ਇੱਧਰਲੇ ਪਾਸੇ ਸੱਜੇ ਪਾਸੇ ਕੋਣ ਕਿੰਨਾ ਬਣ ਰਿਹਾ, 90 ਡਿਗਰੀ। ਨਿਸ਼ਾਨ ਬਣਿਆ ਨਾ 90 ਡਿਗਰੀ ਦਾ। ਹੁਣ ਦੇਖੋ ਆ ਤਾਂ ਹੈਗਾ ਰੇਖੀ ਜੋੜਾ ਲੀਨੀਅਰ ਪੇਅਰ, ਤਾਂ ਇਹਦਾ ਮਤਲਬ ਖੱਬੇ ਪਾਸੇ ਵੀ 90 ਡਿਗਰੀ ਹੋਏਗਾ। ਕਿਉਂ, ਕਿਉਂਕਿ ਰੇਖੀ ਜੋੜੇ ਵਿੱਚ ਕੋਣਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ। ਵੈਰੀ ਗੁੱਡ। ਹੁਣ ਆਹ 90 ਡਿਗਰੀ ਹੈ ਤਾਂ ਖੱਬੇ ਪਾਸੇ ਵੱਲ ਦਾ ਵੀ ਕਿੰਨਾ ਹੋਏਗਾ, 90। ਇਹਦਾ ਮਤਲਬ A ਅਤੇ B ਦਾ ਜੋੜ ਕਿੰਨਾ ਹੋਊਗਾ, 90। ਹੁਣ 90 ਜੋੜ ਕਦੋਂ ਹੁੰਦਾ ਹੈ, ਸੰਪੂਰਕ ਵੇਲੇ ਹੁੰਦਾ ਕਿ ਪੂਰਕ ਵੇਲੇ ਹੁੰਦਾ ਹੈ, ਪੂਰਕ ਵੇਲੇ। ਵੈਰੀ ਗੁੱਡ। ਸੰਪੂਰਕ ਵੇਲੇ ਕਿੰਨਾ ਹੁੰਦਾ, 180 ਹੁੰਦਾ, ਪੂਰਕ ਵੇਲੇ ਕਿੰਨਾ ਹੁੰਦਾ, 90। ਸੈਕਿੰਡ ਆਪਸ਼ਨ ਆਪਣੀ ਆਨਸਰ ਆਏਗੀ ਤੀਜੇ ਸਵਾਲ ਦੀ ਫਿਰ, ਠੀਕ ਹੈ। ਚੌਥਾ ਸਵਾਲ ਦੇਖੋ, ਇਹਨਾਂ ਵਿੱਚੋਂ ਕਿਹੜੀਆਂ ਇੱਕ ਸਮਕੋਣ ਤ੍ਰਿਭੁਜ ਦੀਆਂ ਭੁਜਾਵਾਂ ਹਨ। ਦੇਖੋ ਬੇਟਾ ਸਮਕੋਣ ਤ੍ਰਿਭੁਜ ਦੇ ਭੁਜਾਵਾਂ ਕਦੋਂ ਹੋਣਗੀਆਂ, ਜਦੋਂ ਆਪਾਂ ਤਿੰਨਾਂ ਦੀ ਘਾਤ ਕੀ ਕਰਾਂਗੇ, 2। ਮਾਡਲ ਟੈਸਟ ਪੇਪਰ ਜਿਹੜਾ ਤੁਹਾਡਾ ਸੈਂਪਲ ਪੇਪਰ ਹੋਇਆ ਸੀ ਉਹਦੇ ਵਿੱਚ ਵੀ ਸਵਾਲ ਹੈਗਾ ਸੀ, ਪਰ ਥੋੜ੍ਹਾ ਰਕਮਾਂ ਚੇਂਜ ਇਹਦੇ ਵਿੱਚ, ਉੱਥੇ ਰਕਮਾਂ ਹੋਰ ਸੀਗੀਆਂ। ਕਰਨਾ ਉਵੇਂ ਹੀ ਹੈ, ਭੁਜਾਵਾਂ ਪਹਿਲਾਂ ਹਰੇਕ ਦੀ ਘਾਤ 2 ਕਰਕੇ ਵੇਖਣੀ ਹੈ। ਹੁਣ ਦੇਖੋ ਪਹਿਲੀ ਆਪਸ਼ਨ 'ਚ ਚੱਕ ਲਈ ਆਪਾਂ, ਵਰਗਮੂਲ 5 ਹੈ, ਵਰਗਮੂਲ 5 ਦੀ ਘਾਤ 2 ਕਰ ਦਿੰਦੇ ਹਾਂ, 25 ਆ ਗਿਆ ਵਰਗਮੂਲ ਦਾ। ਪਰ 25 ਦਾ ਵਰਗਮੂਲ ਕਿੰਨਾ ਹੁੰਦਾ ਹੈ, 5। ਅਗਲਾ ਹੈਗਾ 3 ਉਹਦੇ ਨਾਲ ਵਾਲਾ, 3 ਦੀ ਘਾਤ 2 ਕਰ ਦਿੰਦੇ ਹਾਂ, 9 ਆ ਗਿਆ, ਅਤੇ 2 ਦੀ ਘਾਤ 2 ਕਰ ਦਿੰਦੇ ਹਾਂ, 4 ਆ ਗਿਆ। ਤਿੰਨੇ ਰਕਮਾਂ ਚੱਕ ਲਈਆਂ ਆਪਾਂ ਪਹਿਲੇ ਦੀ, ਠੀਕ ਹੈ। ਹੁਣ 5, 9 ਅਤੇ 4, ਕਿਸੇ 2 ਦਾ ਜੋੜ ਤੀਸਰੇ ਬਰਾਬਰ ਆਉਣਾ ਚਾਹੀਦਾ ਸੀਗਾ, ਠੀਕ ਹੈ ਨਾ। ਜੇ ਕਿਸੇ 2 ਦਾ ਜੋੜ ਤੀਸਰੇ ਬਰਾਬਰ ਆਉਂਦਾ ਹੈ ਤਾਂ ਆਪਾਂ ਕਹਾਂਗੇ ਵੀ ਉਹ ਸਮਕੋਣ ਤਿਕੋਣ ਦੀਆਂ ਭੁਜਾਵਾਂ ਹੋ ਸਕਦੀਆਂ ਹਨ। ਦੇਖੋ ਆ ਰਿਹਾ ਕਿ ਨਹੀਂ ਆ ਰਿਹਾ, ਪਹਿਲਾਂ ਤਾਂ ਦੇਖੋ ਆਹ 5 ਆ ਰਿਹਾ, ਆਹ 9 ਆ ਰਿਹਾ, ਆਹ 4 ਆ ਰਿਹਾ। ਕਿਸੇ 2 ਦਾ ਜੋੜ ਤੀਜੇ ਬਰਾਬਰ ਆ ਰਿਹਾ, ਆ ਗਿਆ, ਆ ਬਣ ਗਿਆ। ਦੇਖੋ ਬੇਟਾ 9 = 5 + 4, ਪਹਿਲੀ ਆਪਸ਼ਨ ਆ ਜੂ ਆਨਸਰ ਆਪਣੇ ਕੋਲ, ਠੀਕ ਹੈ। ਯਾਦ ਰੱਖਣਾ ਹੈ ਕਿਸੇ 2 ਦਾ ਜੋੜ ਤੀਸਰੇ ਬਰਾਬਰ ਆਉਣਾ ਚਾਹੀਦਾ, ਪਰ ਘਾਤਾਂ ਦਾ ਕਰਕੇ, ਸਿੰਪਲ ਜੋੜ ਨਹੀਂ ਘਾਤ ਦਾ ਕਰਕੇ, ਫਿਰ ਆਪਣਾ ਆਨਸਰ ਇਹਦੇ 'ਚ ਸਹੀ ਆ ਜਾਏਗਾ ਬੇਟਾ, ਠੀਕ ਹੈ। ਹੁਣ ਕਈ ਕਹਿਣਗੇ ਦੂਸਰਾ, ਤੀਸਰਾ, ਚੌਥਾ, ਉਹ ਚੈੱਕ ਕਰ ਲਓ, ਠੀਕ ਹੈ। ਜੇ ਆਪਣਾ ਪਹਿਲੇ 'ਚ ਆਪਸ਼ਨ ਆ ਗਈ ਸਹੀ ਤਾਂ ਉਹ ਠੀਕ ਹੈ ਬੇਟਾ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ, ਇਹਦੇ ਵਿੱਚ ਇਸ ਸਵਾਲ 'ਚ
क्योंकि मैं करके देखिया वे सवाल ये सवाल जे आप गल करिए तो ये सवाल जी तीजी ऑप्शन है तुहानूं मैं दोबारा दिखा दें। तीजी ऑप्शन के भी आंसर बराबर ही आएगा। इन्हां तो गलती नाल दो ऑप्शनां पै गईयां जिहदा आंसर सेम आ रहा। हुण इहदी घात दो करिए आपां तो वर्गमूल 169 आएगा। 13 की घात दो करके उहदा वर्गमूल फिर कितना हुंदा है 13। ठीक है ना, वर्गमूल 13 की घात दो करके आंसर कितना होगा 13। अगला की लिखा 3, 3 की घात दो कितना हुंदा 9। अगर लिखा 2, 2 की घात दो कितना हुंदा 4। हुण देखो 9 ते 4 का जोड़ फिर कितना बन जूगा 13। ਇਹਦਾ मतलब ਇਹਦੇ ਵਿੱਚ ਵੀ आंसर आ गया। फिर बेटा दो ऑप्शनों में सीगियां, इन्हां तो गलती नाल दो ऑप्शनां पै गईयां जिहदा आंसर इन्होंने सेम लिखता। तुसीं कन्फ्यूज़ नहीं होना, जिहड़ी ऑप्शन भी तुसीं लगाओगे टिक उही ऑप्शन सही मन्नी जाएगी। ठीक है। पंजवां सवाल आप करते बेटा। पंजवें सवाल लिखा दिते त्रिभुज दीआं भुजावां लई सही विकल्प चुनो। देखो अंदर कोण भी दिते हैं, बाहर भुजावां के नाम भी दिते हैं P, A ते D। थल्ले इन्होंने ऐ ऑप्शनां पातीआं। ऑप्शनां किवें पाईआं मैं तुहानूं दस दिंदा। सब तो वड्डा कौन देखो पहला किहड़ा। हुण इन्होंने ऑप्शन वड्डे वाले पासे पाई कि छोटे वाले पासे। छोटे वाले पासे पाई है, कोई गल नहीं, आप छोटे तो शुरू करते हैं। फिर हम किवें शुरू करांगे छोटे तो। सब तो छोटा कौन किहड़ा है 45। वेरी गुड। जिहड़ा 45 है उहदे सामने वाले भुजा किहड़ी है A। इहदा मतलब A भुजा सब तो छोटी होगी। इन्होंने थल्ले ऑप्शनां च किहड़े क्रम च दिता, इन्होंने वधे क्रम। तो आपां वधे क्रम च जाना, सब तो छोटे तो फिर उस तो वड्डे तो फिर उस तो वड्डे तो। उस तो बाद किहड़ा कौन बनता है 65। 65 के सामने किहड़ी है P। देखो आप इस तरह चलेगी A, इस तो A तो वड्डी भुजा किहड़ी बन जूगी अपने कोले P। फिर उस तो बाद किहड़ा रहेगा 70। 70 के सामने भुजा का नाम की D, APD बन गई। APD ऑप्शन आ चौथी ऑप्शन है बेटा APD। लग गया ना पता किवें करना सीगा। जिहड़ा कौन सब तो छोटा है उहदे सामने भुजा देख लो A है पहले च 45 के सामने A भुजा। ठीक है। उस तो बाद आपां जिहड़ा उस तो वड्डा है 65 उहदे सामने भुजा के P। A किस तो छोटा हो गया मतलब P तो P किस तो छोटा हो जाएगा D तो। फिर जी लास्ट हैगी 6वां देखो त्रिभुज के खेत्रफल की हीरो के सूत्र में S की दर्शाता है। बेटा S वैसे हुंदा की है, S तुहानूं दस्सिया भी सीगा। ये भी उहदे विच सैंपल च हैगा सी पर थोड़ा अलग सी। वो सिंपल ये सिंपल है, उहदे च होर तरीके नाल सीगा। S का फॉर्मूला हुंदा है A + B + C / 2। A + B + C की हुंदा है परिमाप, तिन्ने भुजावां दा जोड़ आपां जिहनूं कह दिंदे आ। ते बटा 2 की हुंदा है परिमाप का अद्ध करना। हुण परिमाप के अद्ध नूं कहंदे की है अर्ध परिमाप। आ लिखिया जी दूजी ऑप्शन त्रिभुज का अर्ध परिमाप, जां फिर कह दिंदे आ सैमी पैरीमीटर। पैरीमीटर हुंदा परिमाप, सैमी का मतलब हुंदा अद्धा करना। ਇਹਦਾ मतलब अपने को की ऑप्शन आ फिर इहदी सैकेंड ऑप्शन। ठीक है जी। 7वां सवाल देखो कहते मोहन प्रीत ਅਤੇ हरमन 100 मीटर दौड़ में भाग लै रहे हैं। उन्हां दे दौड़ में जितने की संभावना दसनी है की होगी। मोहन का 0.3 है, प्रीत का 1/2 है, ਇਹਦਾ 20% है। देखो आप सारिਆਂ ਦਾ ना पॉइंटा च कढ़ दें, पॉइंटा कंपेयर करना सुख है। ठीक है। हुण देखो मोहन का 0.3 है, ठीक है सही पॉइंटा च लिखा है। प्रीत 1/2 है, 1/2 का भाग करिए तो 0.5 होंदा है। ठीक है। 20% है, इनू जो चेंज करिए तो 20/100, 0 ਨਾਲ 0 कट्टिया गया। 2 उपर उवें ही है, थले कितना लिखा 10। 10 का मतलब उपर कि लग जूगा पॉइंट 0.2। हुण देखो उन्होंने कहा भी जितने की संभावना सब तो वध किहदे च। देखो सब तो वड्डा फिर किहड़ा 0.3 वड्डा है कि 0.5 वड्डा है कि 0.2 वड्डा। देखो तिन्नां च वेखो 0.5 वड्डा है। 0.5 किहदा है प्रीत का। इसदा मतलब अपने को की आंसर आ जू फिर प्रीत। प्रीत का आंसर कितना होगा 0.5 आंसर। ठीक है जी। आप वड्डा दसना सी किहड़ा प्रीत वड्डा आएगा। नैक्सट सवाल है 8वां कहते चित्र में 4 बराबर डैश। हुण 4 किहड़ा कोण है कित्थे बनिया है बाहरले भाग में बाहरी कोण है त्रिकोण का। बाहरी कोण की निशानी की हुंदी है, प्रॉपर्टी की हुंदी है। बाहरी कोण की विशेषता ये हुंदी है भी जिहड़ा बाहरी कोण है वो अंदर वाले सन्मुख दो कोणां दे जोड़ दे की हुंदा है बराबर। आ दो कोण है सामने दे, एक तो हैगा एक तो एक किहड़ा 2। 3 नहीं लेना आपां क्योंकि 3 लागवा कोण बन जाता, सामने वाला नहीं बनता। इन्हां दोनों के जोड़ दे की है बराबर। एक कोण + 2 कोण के जोड़ पहली ऑप्शन आ जाएगी। जिहड़ा कोण 4 है वो किहदे जोड़ के बराबर है 1 ਅਤੇ 2 दे। पहली ऑप्शन अपना की है जो फिर आंसर। ठीक है जी। 9वां सवाल। सवाल ध्यान नाल देखने बेटे बहुत सिंपल है, तुसीं दोबारा रिवाइज़ कर लो कोई गल नहीं। जे मान लो तुहाडा पेपर हो भी गया तो यह नहीं कि भी आप रिवाइज़ नहीं करने, घर कापी ते लिख के रख लिया करो चाहे। 9वां सवाल है कहते प्रमेय संख्या नूं P/Q लिखा जा सकता है कदों। देखो बेटा ये भी सिंपल सवाल है, ये भी सैंपल पेपर च आया सीगा, थोड़ा जिहा मोड़ किया इन्होंने। P/Q नूं कदों लिखांगे जदों P ਅਤੇ Q
ਪੀ ਅਤੇ ਕਿਊ ਸੰਪੂਰਕ ਸੰਖਿਆਵਾਂ ਹੋਣ। 4 ਆਪਸ਼ਨ ਹੈ। ਸਭ ਤੋਂ ਪਹਿਲੇ ਨੰਬਰ 'ਤੇ ਲਿਖਿਆ ਪੀ ਕਿਊ ਸੰਪੂਰਕ ਸੰਖਿਆਵਾਂ ਅਤੇ ਕਿਊ ਨੋਟ ਇਕੁਅਲ ਟੂ 0, ਠੀਕ ਹੈ। ਦੂਜੇ ਨੰਬਰ 'ਤੇ ਲਿਖਿਆ ਪੀ ਕਿਊ ਵਾਸਤਵਿਕ ਸੰਖਿਆਵਾਂ ਹਨ ਅਤੇ ਕਿਊ ਨੋਟ ਇਕੁਅਲ ਟੂ 0। ਤੀਜੇ ਨੰਬਰ 'ਤੇ ਅਪਰਮੇय ਸੰਖਿਆਵਾਂ ਕਿਊ ਨੋਟ ਇਕੁਅਲ ਟੂ 0। ਚੌਥੇ ਨੰਬਰ 'ਤੇ ਸੰਪੂਰਕ ਸੰਖਿਆਵਾਂ ਕਿਊ ਬਰਾਬਰ 0। ਪਹਿਲੀ ਗੱਲ ਤਾਂ ਬੜੇ ਯਾਦ ਰੱਖੋ ਵੀ ਜਿਹੜੀ ਪਰਮੇय ਸੰਖਿਆ ਹੁੰਦੀ ਹੈ ਉਹਦੇ ਵਿੱਚ ਬਟੇ ਦੇ ਵਿੱਚ ਕਦੇ 0 ਨਹੀਂ ਹੋ ਸਕਦੀ, ਮਤਲਬ ਕਿਊ 0 ਦੇ ਬਰਾਬਰ ਨਹੀਂ ਹੋਵੇਗਾ। ਹੁਣ ਕਿਊ 0 ਦੇ ਬਰਾਬਰ ਕਿੱਥੇ ਕਿੱਥੇ ਨਹੀਂ ਲਿਖਿਆ, ਪਹਿਲੇ ਤਿੰਨਾਂ 'ਚ ਨਹੀਂ ਲਿਖਿਆ, ਚੌਥੇ 'ਚ ਤਾਂ ਲਿਖਿਆ ਹੀ ਨਹੀਂਗਾ, 0 ਬਰਾਬਰ ਲਿਖਤਾ, ਇਹ ਆਪਸ਼ਨ ਨਹੀਂ ਆਣੀ। ਅਤੇ ਇੱਕ ਹੋਰ ਗੱਲ ਯਾਦ ਰੱਖਣੀ ਹੈ, ਪੀ ਬਟਾ ਕਿਊ ਹਮੇਸ਼ਾ ਕਿਹੜਾ ਰੂਪ ਹੁੰਦਾ ਹੈ? ਸੰਪੂਰਨ ਸੰਖਿਆ ਦਾ। ਕਿਹੜਾ ਰੂਪ ਹੁੰਦਾ ਹੈ? ਸੰਪੂਰਨ ਦਾ। ਅਤੇ ਕਿਊ 0 ਬਰਾਬਰ ਨਹੀਂ ਹੁੰਦਾ, ਪਹਿਲੀ ਆਪਸ਼ਨ ਆਊਗੀ। ਕਿਹੜੀ ਆਪਸ਼ਨ ਆਊਗੀ ਇਹਦੇ 'ਚ? ਪਹਿਲੀ, ਠੀਕ ਹੈ ਬੇਟਾ। 10ਵਾਂ ਸਵਾਲ ਹੈ, ਕਹਿੰਦੇ ਸਮਕੋਣ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ ਦਿੱਤੀਆਂ, ਪਰਿਮਾਪ ਦਿੱਤਾ ਹੈ, ਠੀਕ ਹੈ। ਅਤੇ ਹੁਣ ਦੇਖੋ ਵੀ ਸਮਕੋਣ ਤ੍ਰਿਭੁਜ ਕਹਿ ਤਾ ਉਹਨਾਂ ਨੇ। ਜੇ ਸਿੰਪਲ ਤ੍ਰਿਭੁਜ ਕਹਿ ਦਿੰਦੇ ਫਿਰ ਤਾਂ ਆਪਾਂ ਕੁਛ ਨਾ ਕਿਸੇ ਤਰੀਕੇ ਨਾਲ ਸਵਾਲ ਨੂੰ ਹੱਲ ਕਰ ਲੈਂਦੇ। ਕਿਹੜਾ ਫਾਰਮੂਲਾ ਲਾ ਕੇ? ਹੀਰੋ ਸੂਤਰ ਲਾ ਕੇ। ਜੇ ਸਮਕੋਣ ਕਹਿਤਾ ਫਿਰ ਆਪਾਂ ਸਮਕੋਣ ਦਾ ਫਾਰਮੂਲਾ ਲਾਣਾ ਹੈ। ਹੁਣ ਦੇਖੋ ਜੇ ਆਪਾਂ ਡਾਇਗਰਾਮ ਬਣਾਈਏ, ਠੀਕ ਹੈ, ਇਸ ਸਵਾਲ ਦੀ, ਤਾਂ ਡਾਇਗਰਾਮ ਆਪਣੇ ਕੋਲ ਐਂ ਬਣੂਗੀ। ਆਪਣੇ ਕੋਲ ਇੱਕ ਭੁਜਾ ਹੈਗੀ 24, ਇੱਕ ਹੈਗੀ 7, ਪਰਿਮਾਪ ਹੈਗਾ 56, ਤੀਜੀ ਭੁਜਾ ਕੱਢਣੀ ਹੈ। ਪਹਿਲਾਂ ਪਰਿਮਾਪ 'ਚੋਂ ਦੋਨੋਂ ਭੁਜਾਵਾਂ ਘਟਾ ਦਿਓ, ਠੀਕ ਹੈ। 56 ਦੇ ਵਿੱਚੋਂ 24 ਅਤੇ 7 31 ਘਟਾ ਦਿੰਦੇ ਹਾਂ, ਕਿੰਨਾ ਰਹਿ ਜੂਗਾ ਆਪਣੇ ਕੋਲ? 25। ਹੁਣ ਦੇਖੋ ਬੇਟਾ 25, 24 ਅਤੇ 7, ਸਭ ਤੋਂ ਵੱਡੀ ਭੁਜਾ ਫਿਰ 25 ਹੋ ਗਈ, ਕਰਨ ਬਣ ਗਈ। 24 ਆਪਾਂ ਥੱਲੇ ਲਿਖ ਦਿੰਦੇ ਹਾਂ, 7 ਇੱਧਰ ਲਿਖ ਦਿੰਦੇ ਹਾਂ। ਸਮਕੋਣ ਤੇ ਕੋਣ ਬਣ ਗਈ ਨਾ। ਅਤੇ ਜੇ ਸਮਕੋਣ ਤੇ ਕੋਣ ਬਣ ਗਈ ਤਾਂ ਫਿਰ ਫਾਰਮੂਲਾ ਲੋੜ ਹੀ ਨਹੀਂ ਹੀਰੋ ਸੂਤਰ ਲਾਉਣ ਦੀ। ਇਹਦਾ ਸਿੱਧਾ ਫਾਰਮੂਲਾ ਲਾ ਦਿਓ, 1/2 ਗੁਣਾ ਆਧਾਰ ਗੁਣਾ ਲੰਬ। ਲੋੜ ਹੀ ਨਹੀਂ ਫਾਰਮੂਲਾ ਲਾਉਂਦੇ, ਸਭ ਤੋਂ ਸੌਖਾ ਫਾਰਮੂਲਾ ਲਾਓ। ਫਿਰ 2 ਨਾਲ 24 ਕਰਕੇ ਕਿੰਨਾ ਆ ਜੂਗਾ? 12, ਅਤੇ 12 ਦੇ 7 ਨਾਲ ਗੁਣਾ ਕਰਾਂਗੇ 84। ਕਿੰਨਾ ਆਂਸਰ ਆ ਜੂਗਾ? 84 ਆਏਗਾ ਬੇਟਾ ਆਂਸਰ ਇਹਦਾ। ਦੇਖੋ ਕਿਹੜੀ ਆਪਸ਼ਨ ਸੀ? 84 ਆ ਪਈ। 84 ਸੈਂਟੀਮੀਟਰ ਕਰ ਦਿਓ, ਤੀਸਰੀ ਆਪਸ਼ਨ ਸੀਗੀ ਤੁਹਾਡੇ ਕੋਲ, ਠੀਕ ਹੈ ਨਾ। ਲੱਗ ਗਿਆ ਪਤਾ ਸਵਾਲ ਕਿਵੇਂ ਕਰਨਾ ਸੀ ਆਪਾਂ? ਇਹ ਸਵਾਲ ਇਸ ਤਰ੍ਹਾਂ ਕਰਨਾ ਸੀਗਾ। 11ਵਾਂ ਸਵਾਲ ਦੇਖੋ ਅੱਗੇ, ਕਹਿੰਦੇ ਰਾਮ ਅਤੇ ਸ਼ਾਮ ਮੈਚ ਤੋਂ ਪਹਿਲਾਂ ਟਾਸ ਲੈ ਕੇ ਸਿੱਕਾ ਉਛਾਲਦੇ ਹਨ, ਟਾਸ ਦੇ ਜਿੱਤਣ ਦੀ ਸੰਭਾਵਨਾ ਕਿੰਨੀ ਹੋਵੇਗੀ? ਦੇਖੋ ਬੇਟਾ ਜਦੋਂ ਸਿੱਕਾ ਉਛਾਲਣਗੇ ਸੰਭਾਵਨਾ ਕੱਢਣੀ ਹੈ ਆਪਾਂ। ਸੰਭਾਵਨਾ ਦਾ ਫਾਰਮੂਲਾ ਹੁੰਦਾ ਹੈ ਅਨੁਕੂਲ ਪਰਿਣਾਮ ਬਟਾ ਕੁੱਲ ਪਰਿਣਾਮ। ਕੁੱਲ ਕਿੰਨੇ ਹੈ ਟਾਸ ਵਿੱਚ? ਆਪਾਂ ਨੂੰ ਪਤਾ 2, ਕਿਉਂਕਿ ਸਿੱਕੇ 'ਚ 2 ਹੀ ਪਹਿਲੂ ਹੁੰਦੇ, ਇੱਕ ਹੈੱਡ ਅਤੇ ਇੱਕ ਟੇਲ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਚਿੱਤ ਅਤੇ ਪੱਟ। ਹੁਣ ਜੇ ਜਿੱਤਣਾ ਹੈ, ਮੰਨ ਲਓ ਜਿੱਤਣ ਲੱਗਿਆ ਅਗਲਾ ਕੀ ਕਹੂਗਾ? ਵੱਧ ਤੋਂ ਮੰਨ ਲਓ ਕਹਤਾ ਉਹਨੇ ਹੈੱਡ, ਹੈੱਡ ਕਿੰਨੀ ਵਾਰੀ ਆਊਗਾ? 1 ਵਾਰੀ ਆਊਗਾ, 1/2 ਆਂਸਰ ਆ ਗਿਆ। ਜੇ ਉਹਨੇ ਟੇਲ ਕਹਤਾ ਤਾਂ ਵੀ 1/2 ਹੀ ਆਊਗਾ, ਕਿਉਂਕਿ ਟੇਲ ਵੀ 1 ਵਾਰੀ ਹੁੰਦੀ ਹੈ, ਠੀਕ ਹੈ ਨਾ। ਇਹਦਾ ਮਤਲਬ ਸੰਭਾਵਨਾ ਦੋਨਾਂ ਦੀ 1/2 ਹੀ ਆਏਗੀ। 1/2 ਦਾ ਮਤਲਬ ਹੁੰਦਾ ਅੱਧੀ, ਅੱਧੀ ਸੰਭਾਵਨਾ ਆਏਗੀ, ਚਾਹੇ ਉਹ ਜਿੱਤਣ ਚਾਹੇ ਹਾਰਨ। 1/2 ਆ ਪਈ ਆਪਸ਼ਨ ਬੇਟਾ, ਲਾਸਟ ਆਪਸ਼ਨ ਹੈ 1/2 ਦੀ। 12ਵਾਂ ਸਵਾਲ ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜਾ ਤ੍ਰਿਭੁਜ ਦੇ ਸਰਬੰਗ ਸਮਤਾ ਦਾ ਨਿਯਮ ਨਹੀਂ ਹੈ? ਇਹ ਵੀ ਬੇਟਾ ਸਵਾਲ ਬਹੁਤ ਇੰਪੋਰਟੈਂਟ ਸੀਗਾ, ਤੁਹਾਨੂੰ ਦੱਸਿਆ ਸੀ ਸੈਂਪਲ ਪੇਪਰ 'ਚ ਹੈਗਾ ਸੀ ਅਤੇ ਇਹਦੇ 'ਚ ਵੀ ਆ ਗਿਆ। ਹੁਣ ਦੇਖੋ ਕਿਹੜਾ ਆਂਸਰ ਆਊ ਫਿਰ ਇਹਦਾ। ਆਤਾ ਨਿਯਮ ਹੈਗਾ SSS, ASA ਵੀ ਹੈਗਾ, AAA ਆ ਨਹੀਂ ਹੈਗਾ ਨਿਯਮ ਬੇਟਾ, SAS ਵੀ ਹੈਗਾ। ਕਿਉਂ? AAA ਤੁਹਾਨੂੰ ਮੈਂ ਦੱਸਿਆ ਸੀ ਵੀ ਇਹ ਨਿਯਮ ਸਮਰੂਪਤਾ ਦਾ ਹੁੰਦਾ ਹੈ, ਸਰਬੰਗ ਸਮਤਾ ਦਾ ਨਹੀਂ ਹੁੰਦਾ। ਇਹਦਾ ਮਤਲਬ ਆਪਣੀ ਫਿਰ ਆਪਸ਼ਨ ਕੀ ਆ ਜਾਊਗੀ? AAA ਵਾਲੀ, ਠੀਕ ਹੈ। ਸਮਝ ਲੱਗੀ? ਹਾਂਜੀ ਬੇਟਾ 13ਵਾਂ ਸਵਾਲ ਹੈ। 13ਵੇਂ ਸਵਾਲ 'ਚ ਕਹਿੰਦੇ ਵੀ ਇੱਕ ਤ੍ਰਿਭੁਜ ਆਕਾਰ ਦੇ ਭੂਖੰਡ ਦੀ ਭੁਜਾਵਾਂ ਦਾ ਅਨੁਪਾਤ ਦਿੱਤਾ ਆਪਾਂ ਨੂੰ 3:5:7, ਅਤੇ ਕਹਿੰਦੇ ਪਰਿਮਾਪ 300 ਮੀਟਰ ਹੈ ਅਤੇ ਇਹਦਾ ਖੇਤਰਫਲ ਪਤਾ ਕਰੋ। ਦੇਖੋ ਬੇਟਾ ਜੇ ਪਹਿਲਾਂ ਅਨੁਪਾਤ 'ਚ ਦਿੱਤਾ ਹੈ ਤਾਂ ਫਿਰ ਆਪਾਂ ਇਹਨੂੰ ਸਿੰਪਲ ਲਿਖ ਲੈਂਦੇ ਹਾਂ। ਪਹਿਲੀ ਭੁਜਾ ਫਿਰ ਕੀ ਬਣ ਜੂ? 3x, ਦੂਜੀ 5x ਅਤੇ ਤੀਜੀ 7x, ਠੀਕ ਹੈ। ਪਰਿਮਾਪ ਕਿੰਨਾ ਹੈ? 300 ਹੈ, ਅਤੇ ਤਿੰਨਾਂ ਦਾ ਜੋੜ ਕਾਹਦੇ ਬਰਾਬਰ ਆ ਜੂਗਾ? 300 ਦੇ, ਕਿਉਂਕਿ ਭੁਜਾਵਾਂ ਦਾ ਜਿਹੜਾ ਜੋੜ ਹੁੰਦਾ ਹੈ ਉਹ ਪਰਿਮਾਪ ਹੁੰਦਾ, ਠੀਕ ਹੈ। ਜੋੜ ਕਿੰਨਾ ਆਊਗਾ? 15x, 15x ਬਰਾਬਰ ਕਿੰਨਾ ਆ ਜੂਗਾ ਫਿਰ? 300, x ਬਰਾਬਰ 300/15 ਕੱਟ ਕੇ 20, x ਦਾ ਮੁੱਲ ਕਿੰਨਾ ਆ ਗਿਆ ਆਪਣੇ ਕੋਲ? 20। ਹੁਣ ਆਪਣੇ ਕੋਲ x ਦਾ ਮੁੱਲ ਤਾਂ 20 ਆ ਗਿਆ ਬੇਟਾ। ਭੁਜਾਵਾਂ ਪਹਿਲੀ 3x ਹੈ, ਠੀਕ ਹੈ ਨਾ। 3 ਤੇ 20 ਦੀ ਗੁਣਾ ਕਰ ਦਾਂਗੇ, ਕਿੰਨਾ ਆਊਗਾ? 20 ਦੀ ਹੈ 60। ਅਗਲੀ ਭੁਜਾ ਕਿੰਨੀ ਹੈ? 5x, 5 ਤੇ 20 ਦੀ ਗੁਣਾ ਕਰ ਦਾਂਗੇ 100। ਉਦੋਂ ਅਗਲੀ ਕਿੰਨੀ ਹੈ? 7x, 7 ਤੇ 20 ਦੀ ਗੁਣਾ ਕਰ ਦਾਂਗੇ 140। ਆ ਗਏ ਭੁਜਾਵਾਂ 60, 100 ਅਤੇ 140, ਠੀਕ ਹੈ। ਨਾਲ ਕੱਪ 'ਤੇ ਤੁਸੀਂ ਨੋਟ ਕਰਕੇ ਸਵਾਲ ਕਰ ਵੀ ਲੈਣਾ ਹੈ 60, 100 ਅਤੇ 140। ਹੁਣ ਆਪਾਂ ਕੀ ਕਰਨਾ ਇਹਦਾ?
ਖੇਤਰਫਲ। ਪਹਿਲਾਂ ਕੀ ਕੱਢਾਂਗੇ ਆਪਾਂ ਐਸ। ਕੀ ਫਾਰਮੂਲਾ ਹੁੰਦਾ ਐਸ ਦਾ? ਐਸ ਦਾ ਫਾਰਮੂਲਾ ਹੁੰਦਾ ਬੇਟਾ ਐਸ ਬਰਾਬਰ ਏ ਪਲੱਸ ਬੀ ਪਲੱਸ ਸੀ ਬਟਾ 2। ਏ ਪਲੱਸ ਬੀ ਪਲੱਸ ਸੀ ਕੀ ਹੁੰਦਾ ਹੈ? ਤੁਹਾਨੂੰ ਦੱਸਿਆ ਵੀ ਸੀ ਪਰਿਮਾਪ। ਪਰਿਮਾਪ ਪਹਿਲਾਂ ਨਹੀਂ ਦਿੱਤਾ ਉਹਨਾਂ ਨੇ 300, 300 ਨੂੰ 2 ਤੇ ਡਿਵਾਈਡ ਕਰਾਂਗੇ ਕਿੰਨਾ ਰਹਿ ਗਿਆ 150। ਠੀਕ ਹੈ ਨਾ। ਕਈ ਕਹਾਂਗੇ ਜੀ ਏ ਬੀ ਸੀ ਦਾ ਮੁੱਲ ਕਿਉਂ ਨਹੀਂ ਭਰਿਆ? ਜੇ ਤੁਸੀਂ ਏ ਬੀ ਸੀ ਦਾ ਮੁੱਲ ਵੀ ਭਰ ਦੋਗੇ ਤਾਂ ਵੀ ਜੋੜ ਕਰਕੇ 300 ਹੀ ਆਊਗਾ, ਕਿਉਂਕਿ ਪਰਿਮਾਪ ਆਪਾਂ ਨੂੰ 300 ਹੀ ਗਿਵਨ ਹੈ। ਐਸ 150 ਆ ਗਈ। ਫਾਰਮੂਲਾ ਕੀ ਹੁੰਦਾ ਖੇਤਰਫਲ ਦਾ? ਐਸ ਮਾਈਨਸ ਏ, ਐਸ ਮਾਈਨਸ ਬੀ ਅਤੇ ਐਸ ਮਾਈਨਸ ਸੀ। ਪਹਿਲਾ ਕੀ ਹੈ? ਐਸ ਦਾ ਮੁੱਲ 150, 150 ਮਾਈਨਸ ਏ ਦਾ ਮੁੱਲ ਕਿੰਨਾ ਆਪਣੇ ਕੋਲ? ਕਿੰਨਾ ਕੱਢਿਆ ਸੀ ਆਪਾਂ ਬੇਟਾ? 60। ਪਹਿਲੀ ਭੁਜਾ 60 ਕੱਢੀ ਸੀ। ਦੂਜੀ ਭੁਜਾ ਕਿੰਨੀ ਆਈ ਸੀ ਆਪਣੇ ਕੋਲ? 20 50 100 ਅਤੇ ਤੀਸਰੀ ਆਈ ਸੀਗੀ 140। ਠੀਕ ਹੈ ਨਾ। ਆਪਾਂ ਸਾਰੀਆਂ ਲਿਖਤੀ ਗੁਣਨਖੰਡ ਬਣਾ ਦਿੰਦੇ ਇਹਨਾਂ ਦੇ। ਪਹਿਲਾਂ 150 ਹੈ, 150 ਵਿੱਚੋਂ 60 ਮਾਈਨਸ ਕਰਾਂਗੇ ਕਿੰਨਾ ਰਹਿ ਜੂਗਾ? 90। 150 ਚੋਂ 100 ਕਰਾਵਾਂਗੇ ਕਿੰਨਾ ਰਹਿ ਜੂ? 50 ਅਤੇ 140 ਘਟਾਵਾਂਗੇ 10 ਰਹਿ ਜੂਗਾ। ਠੀਕ ਹੈ। ਮੈਂ ਹੁਣ ਇਹ ਲਿਖਣ ਲੱਗਾ ਦੁਬਾਰਾ 150 ਜੇ ਆਪਾਂ 60 ਘਟਾਇਆ ਕਿੰਨਾ ਰਹਿ ਜੂਗਾ? 90। ਜੇ ਆਪਾਂ 100 ਘਟਾਵਾਂਗੇ ਕਿੰਨਾ ਰਹਿ ਜੂਗਾ? 50। ਜੇ ਆਪਾਂ 140 ਘਟਾਵਾਂਗੇ ਕਿੰਨਾ ਰਹਿ ਜਾਣਾ ਸੀਗਾ? 10। ਉੱਪਰ ਕੇ ਸਾਰੇ ਦੇ ਵਰਗ। ਬੇਟਾ ਜੇ 0 0 ਹੈਗੀ ਹੈ ਤਾਂ 0 0 ਨੂੰ ਆਪਾਂ ਖਤਮ ਕਰਨ ਦਾ ਸੌਖਾ ਤਰੀਕਾ ਹੈ ਵੀ 150 ਨੂੰ ਲਿਖ ਦਿਓ 15 ਗੁਣਾ 10, 90 ਨੂੰ ਲਿਖ ਦਿਓ 9 ਗੁਣਾ 10। ਸਭ ਤੋਂ ਸੌਖਾ ਤਰੀਕਾ ਇਹੀ ਹੈ। ਨਾਲ ਫੈਕਟਰ ਬਣ ਜਾਂਦੇ ਸੌਖੇ। 50 ਨੂੰ 5 ਗੁਣਾ 10 ਅਤੇ 10 ਇਕੱਲਾ ਉਵੇਂ ਹੀ ਰਹਿ ਗਿਆ। ਜਿਹੜੀ ਟਰਮਸ ਇੱਕੋ ਵਰਗੀਆਂ ਉਹ ਇਕੱਠੀਆਂ ਲਿਖ ਦੇਣੀਆਂ, ਜਿਹੜੀਆਂ ਅਲੱਗ ਅਲੱਗ ਹੈਗੀਆਂ ਉਹ ਪਿੱਛੇ ਲਿਖ ਦੇਣੀਆਂ। 10 ਕਿੰਨੀ ਵਾਰੀ ਆ ਗਿਆ? 4 ਵਾਰੀ। 10 ਨੂੰ ਇਕੱਠਾ ਲਿਖ ਦੇਣਾ। ਠੀਕ ਹੈ। 15 ਨੂੰ ਕੀ ਲਿਖ ਦਾਂਗੇ? ਆ 15 3 ਗੁਣਾ 5, ਆ 9 3 ਗੁਣਾ 3, ਆ 5 ਇਕੱਲਾ ਰਹਿ ਗਿਆ। ਬੇਟਾ ਇਹਦੇ ਜੋੜਾ ਬਣ ਗਿਆ, ਇਹਦਾ ਜੋੜਾ ਬਣ ਗਿਆ, ਉੱਪਰ ਵਰਗਮੂਲ ਤਾਂ ਉਹੀ ਹੋਊਗਾ। ਆ 2 3 ਦਾ ਜੋੜਾ ਬਣ ਗਿਆ, ਆ 5 ਦਾ ਜੋੜਾ ਬਣ ਗਿਆ। ਇੱਕ 3 ਦਾ ਨਹੀਂ ਬਣਿਆ ਜੋੜਾ। ਜੇ 3 ਦਾ ਜੋੜਾ ਆ ਇਕੱਲਾ ਰਹਿ ਗਿਆ 3, ਜੇ ਇਕੱਲਾ ਰਹਿ ਗਿਆ ਕੋਈ ਗੱਲ ਨਹੀਂ, ਤੁਸੀਂ ਇਹਨਾਂ ਦਾ ਜੋੜਾ ਪਹਿਲਾਂ ਬਣ ਗਿਆ, ਇਹਨਾਂ ਨੂੰ ਬਾਹਰ ਕੱਢ ਦੇਣਾ ਆਪਾਂ। ਜਿਹੜਾ ਰਹਿ ਗਿਆ ਉਹ ਅੰਦਰ ਲਿਖ ਦੇਣਾ। ਹੁਣ ਕੀ ਲਿਖਾਂਗੇ? ਆ 10 ਤਾਂ ਬਾਹਰ ਆ ਗਿਆ, ਇੱਧਰੋਂ ਆ 10 ਬਾਹਰ ਆ ਗਿਆ, 2 10 ਬਾਹਰ ਆ ਗਏ, 3 ਵੀ ਬਾਹਰ ਆ ਗਿਆ, 5 ਵੀ ਬਾਹਰ ਆ ਗਿਆ, ਅੰਦਰ ਇਕੱਲਾ 3 ਰਹਿ ਗਿਆ। ਵਰਗਮੂਲ ਦਾ 3 ਗੁਣਾ ਕਰਕੇ ਕਿੰਨਾ ਆਊਗਾ? 10 ਗੁਣਾ ਦਾ 100, 100 ਗੁਣਾ 3 300, 300 ਗੁਣਾ 5 1500 ਵਰਗਮੂਲ 3, 1500 ਵਰਗਮੂਲ 3। ਆ ਬੇਟਾ ਥੱਲੇ ਪਈ ਆਪਸ਼ਨ। ਗੁਣਾ ਕਰਕੇ ਕਿੰਨਾ ਆਣਾ ਸੀ? 1500 ਵਰਗਮੂਲ 3। ਆ ਆਪਸ਼ਨ ਪਈ ਹੈ ਬੇਟਾ। ਦੇਖੋ ਸਵਾਲ ਥੋੜ੍ਹਾ ਜਿਹਾ ਲੈਂਥੀ ਸੀਗਾ, ਕਾਪੀ 'ਤੇ ਕਰਕੇ ਹੀ ਹੋਣਾ ਸੀ, ਉਂਝ ਨਹੀਂ ਹੋਣਾ ਸੀ। ਤੁੱਕਾ ਮਾਰ ਕੇ ਨਹੀਂ ਆਪਾਂ ਸਵਾਲ ਕੋਈ ਵੀ ਕਰ ਸਕਦੇ। ਠੀਕ ਹੈ ਨਾ। ਕਾਪੀ 'ਤੇ ਕਰਕੇ ਹੀ ਆਪਣਾ ਆਨਸਰ ਆਉਣਾ ਸੀ 1500 ਵਰਗਮੂਲ 3। ਠੀਕ ਹੈ ਬੇਟਾ। ਅੱਗੇ ਦੇਖੋ 14ਵਾਂ ਸਵਾਲ। ਕਹਿੰਦੇ ਜਦੋਂ 1/2 ਵਰਗਮੂਲ 5 ਦੇ ਹਰ ਦਾ ਪ੍ਰਮੇਯੀਕਰਨ ਕੀਤਾ ਜਾਂਦਾ ਹੈ ਤਾਂ ਇਹ ਵਰਗਮੂਲ k/10 ਬਣ ਜਾਂਦਾ ਹੈ। k ਦਾ ਮੁੱਲ ਪਤਾ ਕਰੋ। ਦੇਖੋ ਬੇਟਾ ਆਪਾਂ ਪ੍ਰਮੇਯੀਕਰਨ ਕਰਨਾ ਹੈ। ਪ੍ਰਮੇਯੀਕਰਨ ਕਿਵੇਂ ਕਰਾਂਗੇ? ਮੈਂ ਇੱਥੇ ਰਕਮ ਲਿਖ ਦਿੰਦਾ ਦੁਬਾਰਾ। ਠੀਕ ਹੈ। ਰਕਮ ਕੀ ਲਿਖ ਦਿੰਦੇ ਆਪਾਂ ਇਹਦੇ ਵਿੱਚ? 1/2 ਵਰਗਮੂਲ 5। ਛੋਟੇ ਅੱਖਰ ਲਿਖਿਆ ਥੋੜ੍ਹੇ ਤਾਂ ਮੈਂ ਜ਼ੂਮ ਕੀਤਾ ਸੀ। 1/2 ਵਰਗਮੂਲ 5। ਪ੍ਰਮੇਯੀਕਰਨ ਕਿਵੇਂ ਕਰਦੇ ਹੁੰਦੇ ਆ? ਜਿਹੜੀ ਨੀਚੇ ਵਰਗਮੂਲ ਬਾਈ ਰਕਮ ਹੈ ਉਹ ਖਤਮ ਕਰਨੀ ਹੈ ਤਾਂ ਉੱਪਰ ਨੀਚੇ ਵਰਗਮੂਲ ਨਾਲ ਹੀ ਗੁਣਾ ਕਰ ਦਿਓ। 1 ਨਾਲ ਗੁਣਾ ਕਰਾਂਗੇ ਵਰਗਮੂਲ 5 ਦੀ, ਵਰਗਮੂਲ 5 ਬਚੂਗਾ। ਨੀਚੇ 2 ਉਵੇਂ ਰਹਿ ਗਿਆ। ਵਰਗਮੂਲ 5 ਦੀ ਵਰਗਮੂਲ 5 ਨਾਲ ਕਰਾਂਗੇ ਇਕੱਲਾ 5 ਬਚੂਗਾ ਅਤੇ 5 ਦੂਣੀ ਕਿੰਨਾ ਹੁੰਦਾ ਹੈ? 10। ਹੁਣ ਦੇਖੋ ਉਹਨਾਂ ਨੇ ਪੁੱਛਿਆ ਕਿ ਸੀ, ਉਹਨਾਂ ਨੇ ਕਿਹਾ ਵੀ ਵਰਗਮੂਲ k/10 ਬਣ ਜਾਂਦੀ ਹੈ। ਵਰਗਮੂਲ k/10 ਬਣ ਜਾਂਦੀ ਹੈ ਕਹਿੰਦੇ। ਦੇਖੋ ਕੰਪੇਅਰ ਜੇ ਕਰੀਏ 10 ਅਤੇ 10 ਬਰਾਬਰ ਆ ਗਏ, ਵਰਗਮੂਲ ਵੀ ਬਰਾਬਰ ਹੈ ਅਤੇ ਇੱਥੇ k ਹੈ ਅਤੇ ਇੱਥੇ ਕਿੰਨਾ ਹੈਗਾ? 5। ਇਹਦਾ ਮਤਲਬ k ਦਾ ਮੁੱਲ ਕਿੰਨਾ ਹੋਊਗਾ? ਫਿਰ 5 ਆਏਗਾ। ਲਾਸਟ ਆਪਸ਼ਨ ਆਉਣੀ ਚਾਹੀਦੀ ਇਸ ਆਨਸਰ ਇਹਦਾ, ਚੌਥੀ ਆਪਸ਼ਨ। ਠੀਕ ਹੈ। 15ਵਾਂ ਸਵਾਲ ਦੇਖੋ। ਕਹਿੰਦੇ ਚਿੱਤਰ ਵਿੱਚ ਜੇਕਰ AB ਸਮਾਂਤਰ CD ਹੈ ਤਾਂ x ਦਾ ਮੁੱਲ ਪਤਾ ਕਰੋ। ਦੇਖੋ ਬੇਟਾ ਜੇ ਦੋਨੋਂ ਰੇਖਾਵਾਂ ਸਮਾਂਤਰ ਹੈ ਤਾਂ ਆਹ ਰੇਖਾ ਕਾਟ ਵੀ ਹੈ ਤਾਂ ਫਿਰ ਆਹ ਜਿਹੜੇ ਕੋਣ ਹੁੰਦੇ ਹੈ ਇਹ ਹੁੰਦੇ ਸੰਗਤ ਕੋਣ। ਵੈਰੀ ਗੁੱਡ। ਇਹ ਬਰਾਬਰ ਹੋਣਗੇ ਨਾਲੇ ਕੋਰਸਪੋਂਡਿੰਗ ਐਂਗਲਸ। ਅਤੇ ਜੇ ਬਰਾਬਰ ਹੈ ਤਾਂ ਫਿਰ ਆਪਣੇ ਕੋਲ x ਦਾ ਮੁੱਲ ਕਿੰਨਾ ਆ ਜਾਊਗਾ? 130 ਡਿਗਰੀ ਆ ਜਾਊਗਾ। ਬਸ ਇਹ ਤਾਂ ਬਹੁਤ ਸਿੰਪਲ ਸਵਾਲ ਸੀ ਬੇਟਾ। ਅੱਗੇ ਦੇਖੋ ਬੇਟਾ 16ਵਾਂ ਸਵਾਲ। 16ਵੇਂ ਸਵਾਲ ਲਿਖਿਆ ਕਹਿੰਦੇ ਦਿੱਤਾ ਚਿੱਤਰ ਵਿੱਚ x ਦਾ ਮੁੱਲ ਪਤਾ ਕਰੋ। ਦੇਖੋ
डायग्राम तो देती उन्होंने, पर ये नहीं दसा भी डायग्राम किहड़ी चतुर्भुज दी है। देखो बेटा जे आप ध्यान नाल देखीए तो आपने कोल इत्थे कितना लिखिਆ 5 तो उपर भी की लिखिਆ 5, मतलब सन्मुख भुजावां बराबर, आ भी 7.2 आ भी ये भी बराबर हो गए। ਇਹਦਾ मतलब सन्मुख भुजावां बराबर फिर काहदे च ਹੁੰਦੀਆਂ ਕਿਹੜੀ डायग्राम च ਹੁੰਦੀਆਂ, ਜਾਂ ਤਾਂ ਆਇਤ 'ਚ ਹੋਣਗੀਆਂ ਜਾਂ ਹੋਣਗੀਆਂ समांतर ਵਿੱਚ। आयत ये अलग नहीं रही क्योंकि आयत दे विच कोण कितनी डिग्री होंदा 90 डिग्री। आ देखो 115 लिखा ना कोण, आयत है ही नहीं है। फिर किहड़ी चतुर्भुज है ये, समांतर। समांतर चतुर्भुज की बेटा विशेषता की होंदी है, जिहड़े नाल वाले कोण होंदे लागवें कोण उन्हां दा जोड़ कितना होंदा 180 डिग्री। ठीक है, हुण आपां जोड़ पा के 180 लिख दिंदे हैं। x + 32 115 बराबर 180 डिग्री। x का मुल करना है, 32 ते 115 जोड़ करके 147 आ जाऊगा, तो बराबर कितना जो 180 डिग्री आ जाएगा। x बराबर 180 - 147 घटाओ करनी है ना, घटाओ करके कितना आ जाऊगा 33 डिग्री। x का मुल कितना आ गया अपने को 33। कि ऑप्शन है बेटा, चौथी ऑप्शन भाई। ठीक है ना, सवाल आप इस तरह करना से। 17वां देखो, 17वें कहते ऐ लिखा उन्हें कि दिते चित्र में रेखावां ए बी और सी डी बिंदु ओ ते कटदियां हैं। ठीक है, आ ए बी हो गई तो आ सी डी कट्टी जाती है बिंदु ओ ते। ठीक, कहते ए ओ सी तो बी ओ ई 70 डिग्री है। आह वाला कोण तो आह वाले कोण का माप है, दोनों का जोड़ कितना 70। कहते बी ओ डी दिता 40, चलो ठीक है। सी ओ ई पता करो, आ विचारा पता करना है। देखो बेटा सिंपल सवाल है, एक आ कोण एक आह तो एक वाला, तिने कोणा जोड़ 180 डिग्री। क्यों? क्योंकि किहड़ी रेखा है, लीनियर पेयर सीधी रेखा के बने हैं, जिन्होंने आप रेखी जोड़ा कह दें। किहड़े कोण ए ओ सी प्लस सी ओ ई तो प्लस बी ओ ई बराबर की होगा 180। ए ओ सी तो बी ओ ई का जोड़ पहला ही दिता 70, 70 प्लस सी ओ ई बराबर कितना हो 180 डिग्री। सी ओ ई का मुल कढ़ लो, फिर 70 तो जो कदा होगा माइनस का, तो कितना रह गया फिर 110 डिग्री रह गया। कितना आ गया 110 डिग्री। बस सिंपल सवाल से बेटा। आ तीजी ऑप्शन आ गई आंसर इसका 110 डिग्री। 18वां सरल करो, 3 + वर्गमूल 3 3 - वर्ग। बहुत सिंपल सवाल है। a + b a - b का बेटा फॉर्मूला लाना है। पहली टर्म a मान लेनी है, a की घात 2 - b की घात 2, 3 की घात 2 करांगे 9, वर्गमूल 3 की 2 करांगे कला 3, क्योंकि वर्गमूल तो दसिया भी वर्गमूल 9 आऊगा, 3 ही रह जाता कला। 9 च 3 कढ़ाई कितनी आ गई 6, कितनी ऑप्शन आ गई, थर्ड ऑप्शन आंसर आएगी फिर बेटा दी। ठीक है, 19वां सवाल देखो हुण। कहते एक क्रिकेट मैच में एक महिला बल्लेबाज खेडियां गई 30 गेंदा विचों 6 बार चौका मारती है। चौका ना मारे जाने की संभावना पता करनी है। देखो बेटा टोटल 30 है, कुल कितनी अपने को 30। चौका किन्ने ते मारती है 6 ते, जिहड़ा चौका मारना है वो है 6 ते, जिहड़ा ना मारना रह गया फिर वो किन्ने रह गए, फिर 24 रह गए। ठीक है, संभावना करनी है हन। ऊपर की होगा 24 तो बड़े की होगा फिर 30, क्योंकि ऊपर की होंगे अनुकूल परिणाम नीचे कुल परिणाम। किहड़े पढ़ कट्टे देखो 2 ते कट सकते हो, 4 ते कट लो, वड्डे जिहड़े मर्जी पढ़ ते कट दो, जिन्होंने दोनों भाग होने चाहिए। 2 ते भाग हो जाएंगे, 4 ते नहीं होंगे, 5 ते नहीं होंगे, 6 ते। देखो 6 ते भाग करते सीधा आप 6 चौका 24 तो 6 5 30, कितना आंसर आ गया 4/5। आ भाई देखो बेटा ऑप्शन तीजे नंबर पर 4/5 ऑप्शन। बस लग गया पता। अगला है बेटा 20वां सवाल। कहते एक समचतुर्भुज आकार वाले खेत में 18 गावां नूं चराउण लई हरा घाह है। जेकर समचतुर्भुज की हरेक भुजा इन्नी 30 मीटर है, वड्डा विकर्ण 48 है, तो इस खेत का खेत्रफल कितना होवेगा। देखो बेटा उन्होंने अपन दी भुजा 30 तो वड्डा विकर्ण दिता 48। मान लो मैं समचतुर्भुज बनावा तो आ डायग्राम होंगी, आ वड्डा विकर्ण है मान लो 48। ठीक है, आ भी भुजा 30 है तो आ भी कितनी भुजा है 30 है। जब ध्यान नाल देखिए तो एक तिकोणता बन रही है, जी मैं थोड़ी थोड़ी शेड कर रहा देखो। ठीक है, एक नाल वाली तिकोण बन रही है, दोनों सेम बननगे क्योंकि विकर्ण इधर भी वही सेम ही होगा, वो भी इधर सेम हो। जे आप एक तिकोण का खेत्रफल कढ़ दईए तो दूजी का सेम ही होगा। फॉर्मूला किहड़ा लावांगे आपां, हीरो सूत्र। वैरी गुड, ये किहड़ा फॉर्मूला लग सकता फिर, हीरो सूत्र का। ठीक है, किवें लगूगा हुण ए बी सी अपन पता ही है, ए कितना है 30, बी भी कितना है 30 तो सी कितना है 48। एस कढ़नी है, उनका फॉर्मूला की होंदा ए + बी + सी/48।
2। 30 प्लस 48/2, ठीक है। कितना जोड़ करके अपने को 30 ते 30 60 ते 48 108/2 कट के कितना आ गया 54। एस कितनी आ गई अपने को मतलब 54, ठीक है। हुण इस तो बाद एस का पता लग गया, खेत्रफल का फॉर्मूला लाना है आपां, वो की हुंदा एस माइनस ए एस माइनस बी ते एस माइनस सी। एस है कि 54 माइनस ए कितनी अपने को ए हैगी 30, बी कितनी है वो भी 30 है, सी कितनी है वो हैगी अपने को 48, ठीक है। 54 होवे रह गया बेटा, 30 घटाए पहले चों 24 सॉरी, फिर घटाए फिर 24, फिर 54 चो 48 घटाए कितने रह गए 6, ठीक है। हुण आपां इहनूं सॉल्व कर देने थोड़ा जा। जे 54 नूं आपां लिखीए तो 9 गुना 6 लिख सकते हैं, 9 6 54। आ जिहड़ा 6 है लास्ट वाले अगे लिख दिंदे आ, 24 ते 24 पिछे वाले नूं उवें रहन दिंदे आ। 24 दे तां बन गए जोड़े, उवें 6 का जोड़ा बन गया, तो 9 का वर्गमूल अपन पता ही है कितना होंदा 3 होंदा। 9 का 3 बार आ गया, 2 अशियां जो 1 छीका बार आ गया, तो 1 24 बार आ गया। आपां इहदी करनी गुना, जरूर यदि गुना करोगे तो तुहाडा आंसर एक त्रिकोण का खेत्रफल आ जाएगा। गुना कितनी होगी 24 की 6 ना करांगे, 24 छिका 144, 144 नूं 3 नाल करांगे गुना तो अपने को आ जाएगा 432। ये आया एक का आंसर। ध्यान रखना 432 ऑप्शन हैगी है, आ देखो 432 ऑप्शन भी है पर एक का आंसर आया है। 2 त्रिकोण है तो 864 आएगा आंसर, ठीक है बेटा। ये आंसर की आएगा 864। बेटा मैनूं उम्मीद है भी तुहाडे सारे बच्चों ने सारे सवाल सही किए होंगे तो नंबर पूरे बड़ा पूरे ही तुहाडे आएंगे, ठीक है। चलो बेटा ठीक है जी। हुण बाकी तुसीं काम ये करना है भी इस वीडियो नूं अगे शेयर करो, लाइक भी करना है, तो चैनल सबसक्राइब जरूर करो, क्योंकि जो सबसक्राइब करोगे तो तुहानूं आने वाली वीडियोज़ तुहाडे सीधा मोबाइल पर मिल जाया करनगियां, ठीक है बेटा। थैंक यू।